morning students. Today we do next chapter short run equilibrium output investment multiplier. What is short run? In microeconomics, short run means a period in which all factors of production do not change. At least one of them remains fixed in this period. ਮਾਈਕਰੋਇਕਨੋਮਿਕਸ ਦੇ ਵਿੱਚ ਸ਼ਾਰਟ ਰਨ ਦਾ ਕੀ ਮੀਨਿੰਗ ਹੈ ਕਿ ਉਹ ਟਾਈਮ ਜਿਹਦੇ ਵਿੱਚ ਸਾਰੇ ਫੈਕਟਰ ਕੀ ਹੋਣਗੇ ਚੇਂਜ ਨਹੀਂ ਹੋਣਗੇ। ਫੈਕਟਰ ਆਫ ਪ੍ਰੋਡਕਸ਼ਨ ਕਿਹੜੇ ਨੇ? ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੇਨਿਓਰ। ਇਹ ਚੇਂਜ ਨਹੀਂ ਹੋਣਗੇ। ਇਹਨਾਂ ਦੇ ਵਿੱਚੋਂ ਇੱਕ ਬਿਲਕੁਲ ਫਿਕਸ ਰੱਖਿਆ ਜਾਊਗਾ, ਘੱਟੋ ਘੱਟ ਇੱਕ ਫੈਕਟਰ ਨੂੰ ਤਾਂ ਫਿਕਸ ਰੱਖਿਆ ਜਾਊਗਾ, ਸਥਿਰ ਰੱਖਿਆ ਜਾਊਗਾ। But in macroeconomics, short run means a period in which technology does not change and is assumed to remain the same. But macroeconomics ਦੇ ਵਿੱਚ short run ਦਾ ਕੀ meaning ਹੈ ਕਿ ਟੈਕਨੋਲੋਜੀ 'ਚ ਚੇਂਜ ਨਹੀਂ ਆਊਗਾ ਤੇ ਜਿਹੜੀ ਟੈਕਨੋਲੋਜੀ ਆ ਉਹ ਸੇਮ ਰਹੂਗੀ। ਠੀਕ ਹੈ, ਚੇਂਜ ਨਹੀਂ ਆਊਗਾ ਬਟ ਉਹੀ ਟੈਕਨੋਲੋਜੀ ਰਹੂਗੀ ਮੈਕਰੋਇਕਨੋਮਿਕਸ ਦੇ ਵਿੱਚ। ਐਜ਼ ਟੈਕਨੋਲੋਜੀ ਇਜ਼ ਕੌਨਸਟੈਂਟ, ਜਦੋਂ ਟੈਕਨੋਲੋਜੀ ਕੌਨਸਟੈਂਟ ਹੋਊਗੀ ਓਨਲੀ ਲੈਵਲ ਆਫ ਆਊਟਪੁੱਟ ਇਜ਼ ਬੇਸਿਸ ਆਫ ਆਊਟਪੁੱਟ। ਸਿਰਫ ਇੰਪਲਾਇਮੈਂਟ ਲੈਵਲ ਹੀ ਕੀ ਹੋਊਗਾ? ਆਊਟਪੁੱਟ ਦਾ ਬੇਸ ਹੋਊਗਾ। ਇੰਪਲਾਇਮੈਂਟ 'ਤੇ ਡਿਪੈਂਡ ਕਰੂਗੀ ਕਿ ਆਊਟਪੁੱਟ ਕਿੰਨੀ ਹੋਊਗੀ ਐਂਡ ਆਰ ਡਾਇਰੈਕਟਲੀ ਰਿਲੇਟਿਡ। ਤੇ ਆਪਸ 'ਚ ਡਾਇਰੈਕਟਲੀ ਰਿਲੇਟਿਡ ਹੋਣਗੇ। ਜਿਸ ਤਰੀਕੇ ਨਾਲ ਇੰਪਲਾਇਮੈਂਟ ਇਨਕਰੀਜ਼ ਕਰੂਗੀ ਆਊਟਪੁੱਟ ਵੀ ਉਵੇਂ ਉਵੇਂ ਇਨਕਰੀਜ਼ ਹੋਊਗੀ। ਜਿੱਦਾਂ ਜਿੱਦਾਂ ਰੁਜ਼ਗਾਰ ਵੱਧਦਾ ਜਾਊਗਾ ਉਤਪਾਦਨ ਵੀ ਉਵੇਂ ਉਵੇਂ ਵੱਧਦਾ ਜਾਊਗਾ। Is employment is double, output also double. So after full employment level of employment, output cannot be increased further. ਪਰ ਇੱਕ ਲੈਵਲ ਇੱਦਾਂ ਦਾ ਹੋਊਗਾ ਕਿ ਜਦੋਂ ਫੁੱਲ ਇੰਪਲਾਇਮੈਂਟ ਹੋ ਜੂਗੀ, ਫੁੱਲ ਇੰਪਲਾਇਮੈਂਟ ਲੈਵਲ 'ਤੇ ਕੀ ਹੋਊਗਾ? ਜਦੋਂ ਫੁੱਲ ਇੰਪਲਾਇਮੈਂਟ ਲੈਵਲ ਹੋ ਜੂਗਾ ਤਾਂ ਉਸ ਤੋਂ ਬਾਅਦ ਆਪਾਂ ਆਊਟਪੁੱਟ ਨੂੰ ਮੀਨਸ ਪ੍ਰੋਡਕਸ਼ਨ ਨੂੰ ਇਨਕਰੀਜ਼ ਨਹੀਂ ਕਰ ਸਕਦੇ ਕਿਉਂਕਿ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲ ਗਿਆ ਤੇ ਉਸ ਤੋਂ ਬਾਅਦ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨਾ ਪੋਸੀਬਲ ਨਹੀਂ ਹੈਗਾ। ਨੈਕਸਟ, ਇਕੁਇਲਿਬ੍ਰਿयम ਲੈਵਲ ਆਫ ਇਨਕਮ ਔਰ ਆਊਟਪੁੱਟ। ਇਨਕਮ ਔਰ ਆਊਟਪੁੱਟ ਦਾ ਇਕੁਇਲਿਬ੍ਰਿयम ਲੈਵਲ ਕਿੱਥੇ ਹੋਊਗਾ? That level of income or output where aggregate supply is equal to aggregate demand in an economy. ਇੱਕ ਇਕੋਨਮੀ ਦੇ ਵਿੱਚ ਜਦੋਂ ਐਗਰੀਗੇਟ ਡਿਮਾਂਡ ਐਗਰੀਗੇਟ ਸਪਲਾਈ ਦੇ ਇਕੁਅਲ ਹੋਊਗੀ, AD equals to AS, aggregate supply equals to aggregate demand ਹੋਊ, then this is the equilibrium level of income and output. aggregate supply ਆਪਾਂ ਪਿਛਲੇ ਚੈਪਟਰ 'ਚ ਰੀਡ ਕੀਤਾ ਕਿ ਕਿਹਦੇ ਇਕੁਅਲ ਆ? Y ਦੇ। ਸੋ AD ਕਿਹਦੇ ਇਕੁਅਲ ਹੋ ਸਕਦੀ ਹੈ? ਇਨਕਮ ਦੇ ਇਕੁਅਲ ਵੀ ਹੋ ਸਕਦੀ ਹੈ। AS ਦੀ ਜਗ੍ਹਾ 'ਤੇ ਆਪਾਂ Y ਪੁੱਟ ਕਰ ਸਕਦੇ ਹਾਂ। ਠੀਕ ਹੈ, AS ਇਕੁਅਲਸ ਟੂ AD ਇਕੁਇਲਿਬ੍ਰਿयम ਲੈਵਲ। ਅਤੇ ਜਦੋਂ ਇਨਕਮ ਵੀ ਕੁੱਲ ਮੰਗ ਦੇ ਬਰਾਬਰ ਆ ਜੂਗੀ ਤਾਂ ਵੀ ਆਪਾਂ ਕਹਿ ਸਕਦੇ ਹਾਂ ਕਿ ਇਕੁਇਲਿਬ੍ਰਿयम ਲੈਵਲ ਅਚੀਵ ਕਰ ਲਿਆ। ਠੀਕ ਹੈ, ਨੈਕਸਟ, ਐਗਰੀਗੇਟ ਡਿਮਾਂਡ ਮੀਨਸ ਟੋਟਲ ਡਿਮਾਂਡ ਫॉर ਗੁੱਡਸ ਐਂਡ ਸਰਵਿਸਿਜ਼ ਇਨ ਦਾ ਇਕੋਨਮੀ। ਆਪਾਂ ਨੂੰ ਪਤਾ ਕਿ ਐਗਰੀਗੇਟ ਡਿਮਾਂਡ ਦਾ ਕੀ ਮੀਨਿੰਗ ਹੈ ਕਿ ਕੁੱਲ ਮੰਗ, ਵਸਤੂਆਂ ਅਤੇ ਸੇਵਾਵਾਂ ਦੀ ਕੁੱਲ ਮੰਗ ਜਿਹੜੀ ਇੱਕ ਅਰਥ ਵਿਵਸਥਾ ਦੇ ਵਿੱਚ ਕੀਤੀ ਜਾਂਦੀ ਹੈ। ਠੀਕ ਹੈ, ਕੰਪੋਨੈਂਟਸ ਕਿਹੜੇ ਨੇ ਐਗਰੀਗੇਟ ਡਿਮਾਂਡ ਦੇ? ਕੰਜ਼ੰਪਸ਼ਨ ਤੇ ਇਨਵੈਸਟਮੈਂਟ ਐਕਸਪੈਂਡੀਚਰ। AD ਕਿਹਦੇ ਕੋਲ ਆਪਾਂ ਪੜ੍ਹਿਆ ਸੀ? C+I ਦੇ। ਕੰਜ਼ੰਪਸ਼ਨ ਐਕਸਪੈਂਡੀਚਰ ਐਂਡ ਇਨਵੈਸਟਮੈਂਟ ਐਕਸਪੈਂਡੀਚਰ। ਨੈਕਸਟ, ਐਗਰੀਗੇਟ ਸਪਲਾਈ ਮੀਨਸ ਫਲੋ ਆਫ ਗੁੱਡਸ ਐਂਡ ਸਰਵਿਸਿਜ਼, ਕਿ ਕਿੰਨੀਆਂ ਗੁੱਡਸ ਤੇ ਸਰਵਿਸਿਜ਼ ਦੀ ਸਪਲਾਈ ਕੀਤੀ ਜਾਂਦੀ ਹੈ। ਇਹਦੇ ਕੰਪੋਨੈਂਟਸ ਕਿਹੜੇ ਨੇ? ਕੰਜ਼ੰਪਸ਼ਨ ਐਂਡ ਸੇਵਿੰਗ। ਜਿਹੜਾ AS ਆ ਕਿਹਦੇ ਕੋਲ ਆ? Y ਦੇ। Y ਕਿਹਦੇ ਕੋਲ ਆ? C+S ਦੇ। ਸੋ AS ਕਿਹਦੇ ਕੋਲ ਹੋ ਗਿਆ? C+S ਦੇ। ਕੰਜ਼ੰਪਸ਼ਨ ਐਂਡ ਸੇਵਿੰਗ ਇਹਦੇ ਕੀ ਹੋ ਗਏ? ਕੰਪੋਨੈਂਟਸ ਹੋ ਗਏ। ਠੀਕ ਹੈ, ਨੈਕਸਟ, ਜਿੱਦਾਂ ਆਪਾਂ ਕਿਹਾ ਕਿ AS ਇਕੁਅਲਸ ਟੂ AD ਦੇ। AS ਕਿਹਦੇ ਕੋਲ ਆ ਗਿਆ? C+S ਦੇ। ਤੇ AD ਕਿਹਦੇ ਕੋਲ ਆ? C+I ਦੇ। C ਨਾਲ C ਕੈਂਸਲ ਹੋ ਗਿਆ ਤਾਂ S ਕਿਹਦੇ ਕੋਲ ਆ? I ਦੇ। ਠੀਕ ਹੈ, ਫਸਟ ਅਪਰੋਚ ਕੀ ਹੈ? AS ਇਕੁਅਲਸ ਟੂ AD ਤੇ ਸੈਕਿੰਡ ਅਪਰੋਚ ਕਿਹੜੀ ਹੋਊਗੀ? ਸੇਵਿੰਗ ਇਕੁਅਲਸ ਟੂ ਇਨਵੈਸਟਮੈਂਟ ਹੋਊਗੀ ਤਾਂ ਵੀ ਆਪਾਂ ਇਕੁਇਲਿਬ੍ਰਿयम ਲੈਵਲ ਨੂੰ ਅਚੀਵ ਕਰ ਸਕਦੇ ਹਾਂ। ਤੇ ਜਦੋਂ ਐਗਰੀਗੇਟ ਸਪਲਾਈ ਇਕੁਅਲਸ ਟੂ ਐਗਰੀਗੇਟ ਡਿਮਾਂਡ ਹੋਊਗੀ ਤਾਂ ਵੀ ਆਪਾਂ ਇਕੁਇਲਿਬ੍ਰਿयम ਲੈਵਲ ਨੂੰ ਅਚੀਵ ਕਰ ਜਾਣੀ। ਇਕੁਇਲਿਬ੍ਰਿयम ਲੈਵਲ ਨੂੰ ਅਚੀਵ ਕਰਨ ਦੀਆਂ 2 ਅਪਰੋਚਿਸ ਨੇ। ਫਸਟ ਕਿਹੜੀ ਹੈ? AS ਇਕੁਅਲਸ ਟੂ AD, ਸੈਕਿੰਡ ਹੈਗੀ ਸੇਵਿੰਗ ਇਕੁਅਲਸ ਟੂ ਇਨਵੈਸਟਮੈਂਟ ਅਪਰੋਚ। ਠੀਕ ਹੈ, ਨੈਕਸਟ, ਗਰੋਥ ਓਰੀਐਂਟਿਡ ਡੈਫੀਨੇਸ਼ਨ। ਫੋਰਥ ਡੈਫੀਨੇਸ਼ਨ ਕਿਹੜੀ ਹੈ? ਗਰੋਥ ਓਰੀਐਂਟਿਡ ਡੈਫੀਨੇਸ਼ਨ। ਇਹ ਡੈਫੀਨੇਸ਼ਨ ਕਿਹਦੇ ਦੁਆਰਾ ਦਿੱਤੀ ਗਈ ਸੀ? ਸੈਮਿਊਲਸਨ। ਔਰ ਜਿਹੜੀ ਇਹ ਡੈਫੀਨੇਸ਼ਨ ਹੈ ਉਹ ਮਾਰਸ਼ਲ ਔਰ ਰੌਬਿਨਸ ਦੋਨਾਂ ਦੀ ਡੈਫੀਨੇਸ਼ਨ ਨੂੰ ਮਿਲਾ ਕੇ ਬਣਾਈ ਗਈ ਹੈ। According to modern economists like Samuelson and Peterson etc., economics is a science that studies those activities of man which he undertakes to maximize his satisfaction by making proper use of his scarce means. ਇਹਦੇ ਵਿੱਚ ਕੀ ਹੈ ਕਿ ਜਿਹੜਾ ਇਕੋਨਮਿਸਟ ਹੈ ਉਹ ਕੀ ਕਰੂਗਾ? ਜੋ ਇੱਕ ਪਰਸਨ ਹੈ, ਹਿਊਮਨ ਹੈ, ਉਹ ਕੀ ਕਰੂ? ਆਪਣੀਆਂ ਵੱਧ ਤੋਂ ਵੱਧ ਸੈਟਿਸਫੈਕਸ਼ਨ ਦੇ ਲਈ
ਜੋ ਸਕੇਅਰ ਮੀਨ ਨੇ ਉਹਦੇ ਕੋਲ ਉਹਨਾਂ ਦਾ ਪ੍ਰੋਪਰ ਯੂਟੀਲਾਈਜ਼ ਕਰੂਗਾ, ਪ੍ਰੋਪਰ ਯੂਟੀਲਾਈਜ਼ ਕਰਕੇ ਆਪਣੀ ਸੈਟਿਸਫੈਕਸ਼ਨ ਨੂੰ ਵੱਧ ਤੋਂ ਵੱਧ ਕਰੂਗਾ। ਠੀਕ ਹੈ। ਥੀਸ ਇਕੋਨਮਿਸਟ ਹੈਵ included in their definitions the essential elements of the definitions of Marshall and Robbins। तो Robbins ਦੀ और Marshall ਦੀ ਜੋ definition ਸੀ material definition and scarcity definition, ਉਹਨਾਂ ਦੋਨਾਂ ਦੇ ਵਿੱਚੋਂ ਜੋ ਚੀਜ਼ਾਂ common ਨਿਕਲੀਆਂ, ਜੋ ਉਹਨਾਂ ਨੂੰ ਸਹੀ ਲੱਗੀਆਂ, ਉਹਨਾਂ ਨੇ ਆਪਣੀ definition ਦੇ ਵਿੱਚ include ਕਰ ਲਈਆਂ। According to them, economist is concerned with the efficient allocation and use of scarce means, as a result of which the rate of economic development is speeded up and social welfare encouraged। ਤਾਂ ਇਹਦੇ ਵਿੱਚ ਕੀ ਕਹਿੰਦਾ ਜੋ ਇਕੋਨਮਿਸਟ ਹੈ ਸੈਮਿਊਲਸਨ, ਉਹਨੇ ਕੀ ਕਿਹਾ ਕਿ ਜਿਹੜਾ ਇਕਨੋਮਿਕਸ ਦੇ ਵਿੱਚ ਉਹ ਚੀਜ਼ਾਂ ਨੂੰ ਲਿਆ ਜਾਊਗਾ ਜਿਹਦੇ ਨਾਲ ਇੱਕ ਵਿਅਕਤੀ ਜੋ ਦੁਰਲਭ ਸਾਧਨ ਨੇ, ਸੀਮਿਤ ਸਾਧਨ ਨੇ, ਉਹਨਾਂ ਦਾ ਵਧੀਆ ਤਰੀਕੇ ਨਾਲ ਪ੍ਰਯੋਗ ਕਰਕੇ ਉਪਯੋਗ ਉਹਨਾਂ ਦਾ ਵਧੀਆ ਤਰੀਕੇ ਨਾਲ ਕਰੂਗਾ ਤੇ ਜਿਹਦੇ ਨਾਲ ਇਕਨੋਮਿਕ ਡਿਵੈਲਪਮੈਂਟ ਵੀ ਹੋ ਸਕੇ ਤੇ ਨਾਲ ਨਾਲ ਸੋਸ਼ਲ ਵੈਲਫੇਅਰ ਵੀ ਹੋ ਸਕੇ। ਕਿਉਂਕਿ ਜੋ ਮਟੀਰੀਅਲ ਡੈਫੀਨੇਸ਼ਨ ਸੀ ਉਹਦੇ 'ਚ ਵੈਲਫੇਅਰ ਦੀ ਗੱਲ ਨਹੀਂ ਕੀਤੀ ਗਈ ਸੀ। ਠੀਕ ਹੈ। ਤੇ ਵੈਲਫੇਅਰ ਦੀ ਗੱਲ ਕੀਤੀ ਗਈ ਸੀ, ਸੌਰੀ। ਤੇ ਜਿਹੜੀ ਨੈਕਸਟ ਡੈਫੀਨੇਸ਼ਨ ਸਕੈਰਸਿਟੀ ਸੀ ਉਹਦੇ 'ਚ ਸੀਗੇ ਕਿ ਆਪਣੀਆਂ ਲੋੜਾਂ ਨੂੰ ਕਿਵੇਂ ਪੂਰਾ ਕਰਨਾ ਹੈ। ਠੀਕ ਹੈ। ਸੋ ਉਹਨਾਂ ਦੋਨਾਂ ਡੈਫੀਨੇਸ਼ਨਸ ਨੂੰ ਮਿਲਾ ਕੇ ਗਰੋਥ ਓਰੀਐਂਟਿਡ ਡੈਫੀਨੇਸ਼ਨ ਬਣਾਈ ਗਈ ਕਿ ਇਕਨੋਮਿਕਸ ਦੀ ਕੀ ਡੈਫੀਨੇਸ਼ਨ ਹੈ। ਇਕਨੋਮਿਕਸ ਨੂੰ ਇਸ ਤਰੀਕੇ ਨਾਲ ਪਰਿਭਾਸ਼ਿਤ ਕੀਤਾ ਜਾਂਦਾ ਹੈ ਕਿ ਅਸੀਂ ਘੱਟ ਤੋਂ ਘੱਟ ਜੋ ਸੀਮਿਤ ਸਾਧਨ ਨੇ ਉਹਨਾਂ ਦਾ ਯੂਜ਼ ਇਸ ਤਰੀਕੇ ਨਾਲ ਕਰੀਏ ਤਾਂ ਕਿ ਸਾਡੀ ਸੈਟਿਸਫੈਕਸ਼ਨ ਤਾਂ ਵੱਧ ਤੋਂ ਵੱਧ ਹੋਵੇ ਹੀ, ਸਾਨੂੰ ਸੈਟਿਸਫੈਕਸ਼ਨ ਸੰਤੁਸ਼ਟੀ ਦਾ ਵੱਧ ਤੋਂ ਵੱਧ ਹੋਵੇ, ਉਹਦੇ ਨਾਲ ਨਾਲ ਇਕੋਨਮੀ ਦੇ ਵੀ ਡਿਵੈਲਪਮੈਂਟ ਹੋਵੇ ਤੇ ਨਾਲ ਨਾਲ ਸੋਸ਼ਲ ਵੈਲਫੇਅਰ ਵੀ ਹੋਵੇ। ਠੀਕ ਹੈ। ਸੋ ਇਕਨੋਮਿਕਸ ਇਜ਼ ਅ ਸਾਇੰਸ ਆਫ ਹਿਊਮਨ ਬਿਹੇਵੀਅਰ। ਇਕਨੋਮਿਕਸ ਕੀ ਹੈ? ਸਾਇੰਸ ਆਫ ਹਿਊਮਨ ਬਿਹੇਵੀਅਰ। ਹਿਊਮਨ ਬਿਹੇਵੀਅਰ 'ਚ ਕੀ ਹੁੰਦਾ? ਵਾਂਟਸ ਐਂਡ ਮੀਨਸ। ਵਾਂਟਸ ਸਾਡੀਆਂ ਜ਼ਿਆਦਾ ਨੇ ਤੇ ਉਹਨਾਂ ਨੂੰ ਪੂਰਾ ਕਰਨ ਦੇ ਸਾਧਨ ਕਿੰਨੇ ਨੇ। ਵਾਂਟਸ ਕੀ ਨੇ? ਅਨਲਿਮਿਟਿਡ। ਤੇ ਮੀਨਸ ਕੀ ਨੇ? ਸਕੇਅਰ ਐਂਡ ਅਲਟਰਨੇਟ ਯੂਜ਼। ਘੱਟ ਨੇ, ਸੀਮਿਤ ਨੇ, ਪਰ ਉਹਨਾਂ ਦੇ ਯੂਜ਼ ਕੀ ਨੇ? ਵੱਖ-ਵੱਖ ਨੇ। ਉਹਨਾਂ 'ਚ ਫਿਰ ਕੀ ਆ ਜਾਂਦੀ ਹੈ? ਨੈਕਸਟ ਚੁਆਇਸ। ਚੁਆਇਸ ਜਿਹੜੀ ਅਸੀਂ ਬੈਸਟ ਕਰ ਲਈ ਤਾਂ ਉਹਦੇ ਨਾਲ ਕੀ ਹੋਊਗਾ? ਸਾਨੂੰ ਮੈਕਸੀਮਮ ਸੈਟਿਸਫੈਕਸ਼ਨ ਹੋਊਗੀ ਤੇ ਗਰੋਥ ਵੀ ਹੋਊਗੀ, ਇਕੋਨਮੀ ਦੀ ਗਰੋਥ ਹੋਊਗੀ ਤੇ ਸੋਸ਼ਲ ਵੈਲਫੇਅਰ ਵੀ ਹੋਊਗੀ। ਠੀਕ ਹੈ। ਚੁਆਇਸ ਕਿੱਦਾਂ ਕਰਨੀ ਆ? ਉਸ ਪ੍ਰੋਡਕਟ ਦੀ ਚੁਆਇਸ ਕਰਨੀ ਆ ਜਿਹਦੇ ਨਾਲ ਅਸੀਂ ਵੱਧ ਤੋਂ ਵੱਧ ਸੈਟਿਸਫੈਕਸ਼ਨ ਨੂੰ ਅਚੀਵ ਕਰ ਸਕੀਏ, ਵੱਧ ਤੋਂ ਵੱਧ ਇਕੋਨੋਮਿਕ ਗਰੋਥ ਹੋ ਸਕੇ ਤੇ ਸੋਸ਼ਲ ਵੈਲਫੇਅਰ ਵੀ ਹੋ ਸਕੇ।